ਮਿਲਟਨ ਥਿਓਰਮ ਕੀ ਆ? ਸਭ ਤੋਂ ਪਹਿਲਾਂ ਨਾ ਆਪਾਂ ਨੂੰ ਇੱਕ ਮੈਟ੍ਰਿਕਸ ਦਿੱਤੀ ਆ, ਮੰਨ ਲਓ ਹੈ ਨਾ। ਹਰੇਕ ਮੈਟ੍ਰਿਕਸ ਦੀ ਨਾ ਜੇ ਸਕੇਅਰ ਮੈਟ੍ਰਿਕਸ ਆ ਉਹ 3 2 4 4 3 2 2 4 3, ਜੇ ਉਹ ਸਕੇਅਰ ਮੈਟ੍ਰਿਕਸ ਹੈ ਤਾਂ ਉਹਦੀ ਇੱਕ ਕਰੈਕਟਰਿਸਟਿਕ ਇਕੁਏਸ਼ਨ ਹੋਊਗੀ। ਤਾਂ ਉਹ ਕਰੈਕਟਰਿਸਟਿਕ ਇਕੁਏਸ਼ਨ ਆ ਜਿਹੜੀ ਵੀ ਹੋਵੇ ਉਹਦੇ 'ਚ ਜੇ ਆਪਾਂ ਲੈਮਡਾ ਦੀ ਜਗ੍ਹਾ ਏ ਰੱਖ ਕੇ ਸੋਲਵ ਕਰੀਏ ਨਾ ਉਹਨੂੰ ਸੈਟਿਸਫਾਈ ਕਰ ਜਾਂਦੀ ਹੈ। ਮਤਲਬ ਕੀ ਹੈ, ਬਹੁਤ ਵਧੀਆ ਚੀਜ਼ ਆ। ਅਤੇ ਇਹਦੇ ਨਾਲ ਆਪਾਂ ਇਨਵਰਸ ਵੀ ਲੱਭ ਸਕਦੇ ਹਾਂ। ਕੁਐਸਚਨ ਦਾ ਨਾਂ ਇਹ ਹੁੰਦਾ ਵੈਰੀਫਾਈ ਲਿਖਦੇ ਆ ਇਹ, ਹਾਂ, ਵੈਰੀਫਾਈ ਕੈਲੇ ਹੈਮਿਲਟਨ ਥਿਓਰਮ ਐਂਡ ਫਾਈਂਡ ਇਨਵਰਸ ਵੀ ਫਾਈਂਡ ਆਊਟ ਕਰਨ ਦਾ ਤਰੀਕਾ ਵਧੀਆ ਇਹ। ਸਭ ਤੋਂ ਪਹਿਲਾਂ ਕਰੈਕਟਰਿਸਟਿਕ ਇਕੁਏਸ਼ਨ ਲੱਭਣੀ ਆ, ਉਹ ਤੁਹਾਨੂੰ ਲੱਭਣੀ ਆਉਂਦੀ ਆ। ਜਿਹੜਾ ਕੰਮ ਮੈਂ ਪਹਿਲਾਂ ਕਰਵਾਇਆ ਹੋਇਆ ਉਹ ਮੈਂ ਵਾਰ ਨਹੀਂ ਕਰਵਾ ਰਿਹਾ, ਤਾਂ ਹੀ ਨਹੀਂ ਕਰਵਾ ਰਿਹਾ। ਮੇ ਵੀ ਕੋਸ਼ਿਸ਼ ਕਰਾਂਗੇ ਕੱਲ੍ਹ ਤੋਂ ਆਪਣੀ ਪਲੇਨ ਜਿਓਮੈਟਰੀ ਸਟਾਰਟ ਹੋ ਜੇ, ਠੀਕ ਆ। ਇਹਦਾ ਡਿਟਰਮੀਨੈਂਟ ਕਰ ਦੇਣਾ ਮੈਟ੍ਰਿਕਸ ਦਾ = 0 ਰੱਖ ਕੇ। ਇਹਦਾ ਡਿਟਰਮੀਨੈਂਟ ਹੱਲ ਕਰਨਾ ਤੁਹਾਨੂੰ ਆਉਂਦਾ। ਮੈਂ ਸਿੱਧਾ ਲਿਖਣ ਲੱਗਾ ਲੈਮਡਾ ਦੀ ਕਿਊਬ, ਤੁਸੀਂ ਕਰਨਾ ਉੱਥੇ 9 ਲੈਮਡਾ ਸਕੇਅਰ 3। ਕੋਸ਼ਿਸ਼ ਕਰਿਓ ਓਪਰੇਸ਼ਨ ਜੇ ਨਾ ਲਾਇਆ ਕਰੋ ਡਿਟਰਮੀਨੈਂਟ ਦੇ, ਕਿਉਂਕਿ ਬੇਟਾ ਤੁਹਾਨੂੰ ਮੈਂ ਜ਼ਿਆਦਾਤਰ ਦੇਖ ਰਿਹਾ 90% ਨੂੰ ਤੁਹਾਨੂੰ ਓਪਰੇਸ਼ਨ ਲਾਉਣੇ ਆਉਂਦੇ ਨਹੀਂ, ਠੀਕ ਹੈ। ਸੋ ਬੈਟਰ ਆ ਵੀ ਸਿੱਧਾ ਹੱਲ ਕਰ ਲਓ ਇਹਨੂੰ। ਫਿਰ ਓਪਰੇਸ਼ਨ ਜੇ ਤਾਂ ਲਾਉਣੇ ਆਉਂਦੇ ਆ, ਡਿਟਰਮੀਨੈਂਟ ਦੇ ਅੱਡ ਤਰ੍ਹਾਂ ਦੇ ਹੁੰਦੇ ਆ, ਮੈਟ੍ਰਿਕਸ ਦੇ ਅੱਡ ਤਰ੍ਹਾਂ ਦੇ ਹੁੰਦੇ ਆ। ਜੇ ਤੁਹਾਨੂੰ ਓਪਰੇਸ਼ਨ ਲਾਉਣੇ ਆਉਂਦੇ ਆ ਤਾਂ ਲਾਓ, ਨਹੀਂ ਆਉਂਦੇ ਸਿੱਧਾ ਹੱਲ ਕਰ ਲਓ। ਇਹਦੀ ਵੈਲਿਊ ਨਹੀਂ ਕੈਲਕੂਲੇਟ ਕਰਨੀ। ਹੁਣ ਕਈ ਕੀ ਕਰਦੇ ਆ, ਇਹਦੀਆਂ ਆਇਨ ਵੈਲਿਊ ਕੱਢਣ ਲੱਗ ਜਾਣਗੇ 1 2 3। ਕੀ ਲੋੜ ਆ? ਉਹਨੇ ਕਿਹਾ ਕੈਲੇ ਹੈਮਿਲਟਨ ਥਿਓਰਮ ਨੂੰ ਵੈਰੀਫਾਈ ਕਰੋ। ਕੈਲੇ ਹੈਮਿਲਟਨ ਥਿਓਰਮ ਕੀ ਕਹਿੰਦੀ ਆ? ਜੇ ਹੁਣ ਲੈਮਡਾ ਦੀ ਜਗ੍ਹਾ 'ਤੇ ਪ੍ਰੂਵ ਕੀ ਕਰਨਾ, ਨਾਓ ਵੀ ਹੈਵ ਟੂ ਪ੍ਰੂਵ ਲੈਮਡਾ ਦੀ ਜਗ੍ਹਾ 'ਤੇ ਏ ਕਰ ਦਿਓ, A³ -9A² + 3A -27 ਦੇ ਨਾਲ ਕੁਛ ਵੀ ਨਹੀਂ। ਹੁਣ ਮੈਟ੍ਰਿਕਸ 'ਚੋਂ ਨੰਬਰ ਤਾਂ ਘਟਦਾ ਨਹੀਂ, ਸੋ ਇਹਦਾ ਮਤਲਬ 27 ਦੀ ਜਗ੍ਹਾ 'ਤੇ ਨਾਲ I ਲਿਖ ਦੇਣਾ। ਕੀ ਹੋਣਾ ਚਾਹੀਦਾ? = ਦੂਜੇ ਪਾਸੇ ਇੱਥੇ 0 ਆ ਨਾ, ਇੱਥੇ ਆ ਜਾਊਗੀ ਨਲ ਮੈਟ੍ਰਿਕਸ। ਮਤਲਬ ਇਹ ਚੀਜ਼ ਆਪਾਂ ਪ੍ਰੂਵ ਕਰਨੀ ਆ। ਦੇਖੋ ਲੈਮਡਾ ਦੀ ਜਗ੍ਹਾ A ਆ ਗਿਆ, ਜਾਣੀ ਕਿ ਲੈਮਡਾ = A ਆ ਜਿਹੜਾ ਇਹਦਾ ਰੂਟ ਆ। ਦੇਖਿਆ ਜਾਵੇ ਤਾਂ ਰੂਟ ਹੀ ਸੈਟਿਸਫਾਈ ਕਰਦਾ ਹੁੰਦਾ, ਜਾਣੀ ਕਿ ਖੁਦ ਪੂਰੀ ਦੀ ਪੂਰੀ ਮੈਟ੍ਰਿਕਸ ਵੀ ਇਹਦਾ ਰੂਟ ਹੁੰਦੀ ਆ। ਲਓ ਦੇਖੋ ਕਿੰਨਾ ਵਧੀਆ ਰਿਜ਼ਲਟ ਬਣ ਗਿਆ। ਹੁਣ A³ ਕੈਲਕੂਲੇਟ ਕਰਨਾ ਪਊ, A² ਕੈਲਕੂਲੇਟ ਕਰਨਾ ਪਊ। A ਆਪਣੇ ਕੋਲ ਹੈਗਾ ਹੀ ਆ, ਇਹਦੇ 'ਚ ਪੁੱਟ ਕਰਾਂਗੇ, ਦੇਖਾਂਗੇ ਦੂਜੇ ਪਾਸੇ 0 ਬਣਦਾ ਕਿ ਨਹੀਂ ਬਣਦਾ। A³ ਕੈਲਕੂਲੇਟ ਕਰੋ। ਸਭ ਤੋਂ ਪਹਿਲਾਂ A² ਕੈਲਕੂਲੇਟ ਕਰੂੰਗਾ, 2 ਵਾਰੀ ਪ੍ਰੋਡਕਟ ਕਰੂੰਗਾ ਇਹਨੂੰ, 3 2 4 4 3 2 2 4 3 3 2 4 4 3 2 2 4 3। ਇਹਨੂੰ ਜੇ ਤੁਸੀਂ ਪ੍ਰੋਡਕਟ ਕਰ ਲਓ ਤਾਂ ਇਹ ਤੁਹਾਡੇ ਕੋਲ ਆਨਸਰ ਆ ਜਾਊਗਾ 25 28 28 28 25 28 28 28 25। ਹੁਣ A³ ਕੈਲਕੂਲੇਟ ਕਰੋ, ਇਹਨੂੰ ਦੁਬਾਰਾ ਪ੍ਰੋਡਕਟ ਕਰੋ, ਇੱਧਰ A ਨਾਲ, ਹੈ ਨਾ। ਇਹ ਇੰਨਾ ਕੁ ਤਾਂ ਆਉਂਦਾ ਹੀ ਹੋਣਾ। ਜੇ ਨਹੀਂ ਆਉਂਦਾ ਤਾਂ +2 ਵਾਲੀ ਕਿਤਾਬ ਦੁਬਾਰਾ ਚੱਕੋ ਅਤੇ ਉਹਦੇ 'ਚ ਦੇਖ ਲਓ। ਇਹਨੂੰ ਜਦੋਂ ਪ੍ਰੋਡਕਟ ਕਰੂੰਗਾ, ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਇੰਨੀ ਛੇਤੀ ਕਿਵੇਂ ਕਰ ਲਈ? ਮੇਰੇ ਕੋਲ ਬੁੱਕ ਖੋਲ੍ਹੀ ਹੋਈ ਹੈ। ਹੁਣ ਇਹ ਫਾਰਮੂਲਾ ਨਾ ਲੱਭੀ ਜਾਵੇ ਸਰ ਨੇ ਕਿਵੇਂ ਛੇਤੀ ਕਰ ਲਈ। ਜਿਹੜੀ ਚੀਜ਼ ਡਿਸਕਸ ਕਰਨ ਵਾਲੀ ਆ ਰਾਜੇ ਆਪਾਂ ਡਿਸਕਸ ਕਰਾਂਗੇ, ਜਿਹੜੀ ਚੀਜ਼ ਐਵੇਂ ਹੀ ਆ ਉਹ ਮੈਂ ਸਿੱਧੀ ਦੇਖ ਲਿਖੀ ਜਾਂਦਾ। ਪ੍ਰੋਡਕਟ ਕਰਨੀ ਸਾਰਿਆਂ ਨੂੰ ਆਉਂਦੀ ਆ, ਤੁਹਾਨੂੰ ਐਵੇਂ ਆਪਾਂ ਕੀ ਲੈਣਾ ਨਾ। A³ ਕੈਲਕੂਲੇਟ ਹੋ ਗਈ, ਉਸ ਤੋਂ ਬਾਅਦ A² ਪਹਿਲਾਂ ਹੀ ਹੋ ਗਈ, ਹੈ ਨਾ। ਅਤੇ A ਆਪਾਂ ਨੂੰ ਪਤਾ ਹੀ ਆ, ਪੁੱਟ ਕਰ ਦਿਓ ਬਸ। ਹੁਣ ਹੋ ਗਿਆ ਕੁਐਸਚਨ। ਇੱਥੇ 0 ਨਾ ਲਿਖ ਦਿਓ, 0 ਤਾਂ ਪ੍ਰੂਵ ਕਰਨੀ ਆ ਆਪਾਂ। A³ ਕੀ ਆ ਪਈ। ਥੋੜ੍ਹਾ ਜਿਹਾ ਲਿਖਣ ਨੂੰ ਬਸ ਅਕਾਊ ਜਿਹਾ ਲੱਗੂਗਾ ਕੁਐਸਚਨ, ਲਿਖਣ ਨੂੰ ਜੀਅ ਨਹੀਂ ਕਰਦਾ ਹੁੰਦਾ ਆਪਣਾ ਇੰਨਾ। ਪਰ ਜਿਨ੍ਹਾਂ ਨੇ ਨੰਬਰ ਲੈਣੇ ਆ ਅਤੇ ਜਿਨ੍ਹਾਂ ਨੇ ਤਨਖਾਹਾਂ ਲੈਣੀਆਂ ਉਹਨਾਂ ਦੋਵਾਂ ਨੂੰ ਲਿਖਣੇ ਪੈਣਗੇ। ਮੈਂ ਤਨਖਾਹ ਲੈਣੀ ਆ, ਤੁਸੀਂ ਨੰਬਰ ਲੈਣੇ ਆ। -9 A² ਕੀ ਆ ਪਿਆ 25
28 28 28 25 28 28 28 25 -+3 ए की आ 3 2 4 4 3 2 2 4 3 -27 आई की होगा ओबवियसली 27 27 27 है ना। तो दूजे बाकी जगह तो 0 0 0 0 ये तो तुहानूं पता ही है। हुण इहनूं सारे नूं सॉल्व कर लोगे, मैनूं जितों तक लगता तुसीं कर लोगे। सो इहदा आंसर आऊगा राजे 0 0 0 0 0 0 0 0 0 आउणा ही हुंदा 0। ये 1000% 0 ही आउणा। जे किसी का ना आया ना ਇਹਦਾ मतलब ਉਹਦਾ सारा गलत हो गया क्वेश्चन। याद रखियो आउणा ही आ 0। जे किसी को टाइम टूम उत्थे घट गया, मान लो टीचर पेपर फड़दा आउंदा 0 0 0 0 0 पा के ते 0 पा के आ जाओ, आउणा ही है 0। ये वेरी कैले हैमिल्टन थ्योरम हमेशा ही ट्रू आ। जानी कि आपां की प्रूव कर लिया हुण a³ 9a² 3a -27i = 0 शो हो गया। ਹੁਣ ਅੱਗੇ ਕੀ ਕਰਨਾ, ਇਨਵਰਸ ਲੱਭਣਾ। ਇਨਵਰਸ ਲੱਭਣ ਵਾਸਤੇ ਕੀ ਕਰੋਗੇ, ਦੋਵੇਂ ਪਾਸੇ a ਇਨਵਰਸ ਨਾਲ ਪ੍ਰੋਡਕਟ ਕਰ ਦਿਓ। ਹਮੇਸ਼ਾ ਹੀ ਐਂ ਕਰਿਆ ਕਰਨਾ। ਸੌਰੀ ਆਈ ਹੈ ਇੱਥੇ ਕੀ ਬਣ ਜਾਊਗਾ 0, ਕਿਉਂਕਿ a ਇਨਵਰਸ ਨਾਲ ਪ੍ਰੋਡਕਟ। ਚਲੋ ਇਹਨੂੰ ਇਹਦੇ ਨਾਲ ਕਰੋ a2 है ना, फिर इनू ये एक पावर कट्टी जानी आ। इत्थे ए तो ए इनवर्स प्रोडक्ट हो गया, आइडेंटिटी बन जाऊगा। इत्थे आइडेंटिटी नू ए इनवर्स नाल प्रोडक्ट किया तो ए इनवर्स आ जाऊगा, इधर बन जाऊगा 0। हुण ए इनवर्स नू एक पासे रख लो, बाकी सारा दूजे पासे। सॉरी इनू उधर लै जाओ, है ना। तो ए इनवर्स की वैल्यू जो कड्ढो 27 नू उधर लै जाओ, 1/27 की आ जाऊगा a² -9a + 3i। लो जी हुण ये a² की वैल्यू तो ए दी भरो, आंसर आ गया ए इनवर्स। कितना सौखा। हुण जिन्ना सौखा तुहानूं लगदा उन्ना है नहीं पुत्त। a² जो आप करोगे उदों पता लगूगा। a² आप कैलकुलेट किया सी, की आया सी 25 28 28 28 25 28 -9a 9a की वैल्यू की सी आ देखो 3 2 4 4 3 2 2 4 3 तो 3i की होगा ओबवियसली 3 0 0 0 3 0 0 0 3 हो गया। तो ये वैल्यू कैल सिंपलीफाई कर लोगे, सिंपलीफाई करके तो इनवर्स आ जाऊगा 1/27। इन्होंने कढ़िया होया तो मैं लिखन लगा 1 10 -8 -8 1 10 10 -8 1 ये तो इनवर्स आ गया। सो कई बारी तो वह कहता वेरीफाई कैले हैमिल्टन थ्योरम, कई बारी वह कहता फाइंड आलसो फाइंड इनवर्स। तो दोवें डिपेंड करता क्वेश्चन पर। जे तो उन्हें इनवर्स किया फिर तुसीं इनवर्स लभना, जे उन्हें नहीं किया फिर नहीं लभना। ये याद रखियो। ये सारे क्वेश्चन एक्सरसाइज के तुहाडे इहो ਜਿਹੇ ही है, ठीक है। सीधी जी एक्सरसाइज सीगी फालतू जी, ठीक है। ये हो जूगी कैले हैमिल्टन थ्योरम वेरीफाई करो एंड तक। कैले हैमिल्टन ही कही जाता, इनवर्स लभण नूं कह दिंदा किते किते, फिर कैले हैमिल्टन ते आ जाता, ठीक है। एक क्वेश्चन मैनूं लगदा थोड़ा जिहा इहदे च कुछ चज दा हो सकदा। आ देखो ये पिया ना, ये कहता ए दी पावर 8 कैलकुलेट करो। देखो ये कितना वधिया तरीके नाल कह रहा, ए दी पावर 8। ये दिता होया 1 2 2 -1। ये कहता फाइंड ए दी पावर 8, ये कैलकुलेट करो। कहता किवें कैलकुलेट करिए, पहले तो ये करैक्टरिस्टिक पॉलीनोमियल सोल्यूशन। देखो मैं करन लग गया हुण शॉर्ट च, तुसीं करनियां पहलां एग्जाम्पलां दे कल्ले कल्ले स्टैप तुसीं देखणे आ ते लिखना। ये क्वेश्चन मैं 2 लाइनां च कर देना, पर इहनूं देख के तुहानूं एग्जाम्पल समझ लग जूगी बहुत छेती, पर तुसीं सारा कुछ लिखना जो एग्जाम्पल च लिखिया होया, ठीक है। 1 एग्जाम्पल तो ही शुरू। फस्ट ईयर का पक्का रूल आ राजे, चाहे कैलकुलस भी आ। मैं तो कहना भावें मैं पढ़ाउंदा नहीं गा, चाहे जमैट्री है कैलकुलस आ कुछ भी है, फस्ट ईयर तो यह दिमाग च बिठा के रखे भी तुसीं एग्जाम्पलां ही तो ही शुरू करना। थोनू लिखना ही नहीं आउंदा पेपर च,
ਐਗਜ਼ਾਮਪਲਾਂ ਤੋਂ ਤੁਹਾਨੂੰ ਲਿਖਣਾ ਆਊਗਾ, ਫਿਰ ਉੱਥੇ ਕੁਛ ਨੰਬਰ ਲਏ ਜਾਂਦੇ ਆ। ਅਤੇ ਇਹਦਾ ਡਿਟਰਮੀਨੈਂਟ ਕਰ ਦਿਓ, ਇਹ ਇਜ਼ ਇਕਲ ਟੂ 0 ਰੱਖ ਦਿਓ, ਇਹ ਡਿਟਰਮੀਨੈਂਟ ਆ ਜਾਊਗਾ ਲੈਮਡਾ ਸਕੁਏਅਰ ਮਾਈਨਸ 5 ਇਜ਼ ਇਕਲ ਟੂ 0, ਹੈ ਨਾ। ਹੁਣ ਇੱਥੇ ਕੈਲੇ ਹੈਮਿਲਟਨ ਥਿਓਰਮ ਵੈਰੀਫਾਈ ਨਹੀਂ ਕਰਨੀ। ਹੁਣ ਤੁਸੀਂ ਕਹੋਗੇ ਕਿਉਂ ਨਹੀਂ ਕਰਨੀ, ਮੈਂ ਕਹੂੰਗਾ ਉਹਨੇ ਕਿਹਾ ਹੀ ਨਹੀਂ ਕਰਨ ਨੂੰ, ਉਹਨੇ ਕਿਹਾ ਕਰਨ ਨੂੰ ਵੈਰੀਫਾਈ ਥਿਓਰਮ, ਫਿਰ ਕਿਉਂ ਕਰੋਗੇ। ਸੋ ਪਰ ਕੈਲੇ ਹੈਮਿਲਟਨ ਥਿਓਰਮ ਹਮੇਸ਼ਾ ਹੀ ਟਰੂ ਆ, ਇਸ ਕਰਕੇ ਉਹਨੂੰ ਆਪਾਂ ਵਰਤਾਂਗੇ ਇੱਥੇ ਬਾਈ ਯੂਜ਼ਿੰਗ ਕੈਲੇ ਹੈਮਿਲਟਨ ਥਿਓਰਮ, ਉਹਨੂੰ ਵਰਤਾਂਗੇ ਆਪਾਂ ਇੱਥੇ। ਕਿਵੇਂ, ਮੈਨੂੰ ਪਤਾ ਲੈਮਡਾ ਦੀ ਜਗ੍ਹਾ ਜੇ ਮੈਂ ਏ ਰੱਖ ਦੂੰਗਾ ਤਾਂ ਉਹ ਸੈਟਿਸਫਾਈ ਕਰੂਗੀ। ਕੈਲੇ ਹੈਮਿਲਟਨ ਥਿਓਰਮ ਨੂੰ ਵਰਤ ਲਿਆ। ਏ ਸਕੇਅਰ ਕੀ ਆ ਗਿਆ, 5 ਆਈਡੈਂਟਿਟੀ, ਠੀਕ ਆ। ਹੁਣ ਸਕੇਅਰਿੰਗ ਕਰੀ ਚੱਲੋ, ਏ ਦੀ 4 ਕੀ ਆਊਗਾ, 25 ਆਈਡੈਂਟਿਟੀ, ਪਤਾ ਨਾ ਇਹ ਚੀਜ਼, ਵੈਸੇ ਏ ਦੀ 4 25 ਆਈਡੈਂਟਿਟੀ ਆਊਗਾ। 4 ਕਿਉਂ ਕਰਨਾ ਯਾਰ, 8 ਕਰੋ, ਕੰਮ ਨਿਬੇੜੋ। 5 ਆਈਡੈਂਟਿਟੀ ਦੀ ਪਾਵਰ 4 ਕਰੋ, ਇੱਥੇ ਕੀ ਆਊਗਾ 625 ਆਈਡੈਂਟਿਟੀ, ਅਤੇ ਆਈਡੈਂਟਿਟੀ ਦੀ ਪਾਵਰ 4 ਆਈਡੈਂਟਿਟੀ ਹੁੰਦੀ ਹੈ। ਸੋ ਏ ਦੀ ਪਾਵਰ 8 ਕੀ ਆਊਗਾ 625 ਆਈਡੈਂਟਿਟੀ, 625 ਆਈਡੈਂਟਿਟੀ ਮਤਲਬ ਏ ਦੀ ਪਾਵਰ 8, 625 ਆਈਡੈਂਟਿਟੀ ਨੂੰ ਕਿਵੇਂ ਕਰਾਂਗੇ, 625 0 0 625, ਲਓ ਜੀ ਗੱਲ ਖਤਮ ਹੋ ਗਈ। ਇੱਦਾਂ ਕੈਲਕੂਲੇਟ ਹੁੰਦੇ ਆ ਕੁਐਸਚਨ। ਇੱਕ ਹੋਰ ਕੁਐਸਚਨ ਇਹਨੇ ਕਿਹਾ ਹੋਇਆ ਐਗਜ਼ਾਮਪਲ 6 'ਚ, ਇੱਕ ਛੋਟੀ ਜਿਹੀ ਪੋਲੀਨੋਮੀਅਲ, ਉਹਨੇ ਪੋਲੀਨੋਮੀਅਲ ਕਹਿ ਦਿੰਦਾ ਮੈਂ ਬਾਰ-ਬਾਰ, ਮੈਟ੍ਰਿਕਸ ਲਿਖੀ ਆ, ਕਹਿੰਦਾ ਇਹਨੂੰ, ਇਹ ਵੱਡੀ ਸਾਰੀ ਪੋਲੀਨੋਮੀਅਲ ਆ ਇੱਕ, ਇਹਨੂੰ ਲੀਨੀਅਰ ਫੈਕਟਰ 'ਚ ਐਕਸਪ੍ਰੈਸ ਕਰੋ, ਐਕਸਪ੍ਰੈਸ ਇਟ ਐਜ਼ ਲੀਨੀਅਰ ਫੈਕਟਰਸ, ਲੀਨੀਅਰ ਫੈਕਟਰ 'ਚ ਐਕਸਪ੍ਰੈਸ ਕਰੋ। ਕਿਵੇਂ ਕਰੋਗੇ, ਪਹਿਲਾਂ ਤਾਂ ਇਹਦੀ ਕਰੈਕਟਰਿਸਟਿਕ ਪੋਲੀਨੋਮੀਅਲ, ਜੇ ਕਿਸੇ ਨੂੰ ਕੱਖ ਵੀ ਨਹੀਂ ਨਾ ਆਉਂਦਾ, ਕਰੈਕਟਰਿਸਟਿਕ ਪੋਲੀਨੋਮੀਅਲ ਤਾਂ ਕੱਢਣੀ ਆਉਂਦੀਆਂ ਨਾ, ਉਹ ਤਾਂ ਕੱਢ ਹੀ ਆਇਓ, ਅੱਧਾ ਕੁ ਨੰਬਰ ਤਾਂ ਮਿਲ ਜੂਗਾ। 1 ਮਾਈਨਸ ਲੈਮਡਾ ਮਾਈਨਸ 1 3 ਮਾਈਨਸ ਲੈਮਡਾ ਇਜ਼ ਇਕਲ ਟੂ 0 ਆ ਗਿਆ। ਇਹਦੇ ਕਰੈਕਟਰਿਸਟਿਕ ਪੋਲੀਨੋਮੀਅਲ ਹੈ ਜਿਹੜੀ ਥੋੜ੍ਹੀ ਜਿਹੀ ਬਣ ਗਈ ਵੱਡੀ, ਇਹ ਆ ਗਿਆ ਇਹ ਵਾਲੀ, ਅਤੇ ਇਹਦੇ ਰੂਟ ਜੇ ਕੱਢੇ ਨਾ ਕਿਸੇ ਨਾਲ ਤਾਂ ਦੇਖ ਲਿਓ, ਕੋਈ ਰੂਟ ਨਹੀਂ ਕੱਢਣਾ ਇਹਦਾ। ਫਿਰ ਕੈਲੇ ਹੈਮਿਲਟਨ ਥਿਓਰਮ ਵੈਰੀਫਾਈ ਕਰਨ ਨੂੰ ਨਹੀਂ ਕਿਹਾ, ਸੋ ਵਰਤਣੀ ਆ, ਵਰਤੋ। ਏ ਦੀ ਲੈਮਡਾ ਦੀ ਜਗ੍ਹਾ 'ਤੇ ਏ ਭਰ ਦਿਓ, ਇਕਲ ਟੂ ਕੀ ਹੋਊਗਾ 0, ਵਰਤ ਲਈ ਬਾਏ ਕੈਲੇ ਹੈਮਿਲਟਨ ਥਿਓਰਮ। ਰਾਜੇ ਇਹ ਵਰਡਿੰਗ ਲਿਖਣੀ ਆ, ਆਹ ਦੇਖੋ ਮੈਂ ਤੁਹਾਨੂੰ ਦੱਸਦਾ, ਜਿਹੜੀ ਚੀਜ਼ ਨੂੰ ਮੈਂ ਕਹਿੰਦਾ ਵਾਂ, ਇਹਨੇ ਪਹਿਲਾਂ ਏ ਲਿਖੀ ਹੈ ਨਾ, ਫਿਰ ਇਹਨੇ ਲੈਮਡਾ ਆਈ ਲਿਖੀ ਹੈ ਨਾ, ਫਿਰ ਉਹਨੂੰ ਘਟਾਇਆ, ਫਿਰ ਉਹਦਾ ਡਿਟਰਮੀਨੈਂਟ ਲਿਖਿਆ। ਹੁਣ ਮੈਂ ਦੇਖੋ ਕੀ ਲਿਖਿਆ, ਏ ਮਾਈਨਸ ਲੈਮਡਾ ਆਈ ਸਿੱਧਾ ਲਿਖ ਕੇ ਡਿਟਰਮੀਨੈਂਟ ਕੱਢਤਾ। ਜੇ ਤੁਸੀਂ ਪੇਪਰ 'ਚ ਇੰਨਾ ਕੁ ਲਿਖਿਆ ਨਾ, ਤੁਹਾਡੇ ਤਿੰਨਾਂ 'ਚੋਂ ਨੰਬਰ ਆ ਜਾਣਗੇ 0.2 0.2 ਲਾ ਲਓ, ਕਿਉਂਕਿ ਮੈਨੂੰ ਅੱਧਾ ਵੀ ਨਹੀਂ ਲੱਗਦਾ, ਠੀਕ ਆ। ਸੋ ਇਹ ਚੀਜ਼ ਦਾ ਧਿਆਨ ਰੱਖਿਓ। ਮੈਂ ਕਰਦਾ ਜਲਦੀ ਵਾਸਤੇ, ਮੈਂ ਇੱਦਾਂ ਕਰ ਸਕਦਾ, ਪਰ ਮੈਂ ਇੱਕ ਵਾਰੀ ਕਰਤਾ ਸੀ। ਤੁਸੀਂ ਐਗਜ਼ਾਮਪਲ ਚੱਕਣੀ ਆ, ਮੈਂ ਬਾਰ-ਬਾਰ ਕਹੀ ਜਾਂਦਾ, ਰਿਸਕ ਨਾ ਲਿਓ। ਇਹ ਲੈਮਡਾ ਆਈ ਹੈ ਜਿਹੜੀ ਤੁਹਾਨੂੰ ਲੱਗੂਗਾ ਸਰ ਇਹ 'ਚ ਕਿੱਡਾ ਕੁ ਜ਼ਰੂਰੀ ਆ, ਹੈ ਨਾ, ਲੈਮਡਾ ਆਈ ਲਿਖਣਾ ਬਹੁਤ ਜ਼ਰੂਰੀ ਆ। ਕਿਉਂ, ਇਹ ਮੰਨ ਕੇ ਚੱਲਿਓ ਕਿ ਜਿਹੜਾ ਤੁਹਾਡਾ ਚੈਕਰ ਆ ਨਾ, ਉਹ ਨਿਕੰਮਾ, ਉਹਨੂੰ ਕੁਛ ਨਹੀਂ ਪਤਾ, ਕੱਖ ਨਹੀਂ ਆਉਂਦਾ, ਅਤੇ ਉਹਨੂੰ ਤੁਸੀਂ ਸਿਖਾਉਣਾ। ਫਿਰ ਦੇਖੋ, ਫਿਰ ਸਟੈਪ ਛੱਡ ਸਕਦੇ ਹੋ। ਜੇ ਕਿਸੇ ਨੂੰ ਤੁਸੀਂ ਸਿਖਾਉਣਾ, ਤੁਸੀਂ ਇਕੱਲਾ ਸਟੈਪ ਨਹੀਂ ਐਕਸਪਲੇਨ ਕਰਦੇ, ਸੋ ਉੱਥੇ ਇਕੱਲਾ ਸਟੈਪ ਐਕਸਪਲੇਨ ਕਰਨਾ ਪੈਣਾ। ਦੂਸਰੀ ਚੀਜ਼ ਇੱਕ ਹਮੇਸ਼ਾ ਯਾਦ ਰੱਖਿਓ, ਕੋਈ ਨਵੀਂ ਚੀਜ਼, ਕੋਈ ਨਵਾਂ ਵੇਰੀਏਬਲ, ਕੁਛ ਵੀ ਜਦੋਂ ਕੁਐਸਚਨ ਦੇ ਵਿੱਚ ਐਂਟਰ ਹੁੰਦਾ, ਸਭ ਤੋਂ ਪਹਿਲਾਂ ਉਹਦੀ ਇੰਟਰੋਡਕਸ਼ਨ ਹੁੰਦੀ ਆ। ਆਈਡੈਂਟਿਟੀ ਲਿਖੀ ਹੈ ਨਾ ਲੈਮਡਾ ਆਈ, ਇੰਟਰੋਡਕਸ਼ਨ ਹੋ ਗਈ ਉਹਦੀ। ਜੇ ਮੰਨ ਲਓ ਤੁਸੀਂ ਰੂਮ 'ਚ ਬੈਠੇ ਹੋ, ਕੋਈ ਤੁਹਾਡੇ ਗੇਟ ਤੋਂ, ਘਰ ਦੇ ਗੇਟ ਤੋਂ ਬਾਹਰ ਲੰਘ ਜੇ, ਤੁਸੀਂ ਉਹਨੂੰ ਜਾਣਦੇ ਹੋ, 2 ਦਿਨ ਬਾਅਦ ਜਦੋਂ ਵਾਪਸ ਤੁਹਾਡੇ ਮੂਹਰੇ ਦੀ ਆ ਕੇ ਲੰਘੂਗਾ, ਤਾਂ ਤੁਸੀਂ ਉਹਨੂੰ ਜਾਣ ਲਓਗੇ, ਪਛਾਣੋਗੇ ਹੀ ਨਹੀਂ। ਪਰ ਜੇ ਉਹੀ ਤੁਹਾਡੇ ਨਾਲ ਹੱਥ ਮਿਲਾ ਕੇ ਲੰਘੂਗਾ, ਆਪਣੀ ਇੰਟਰੋਡਕਸ਼ਨ ਦੇ ਕੇ ਲੰਘੂਗਾ, ਤਾਂ ਤੁਸੀਂ 2 ਦਿਨਾਂ ਬਾਅਦ ਵੀ ਉਹਨੂੰ ਪਛਾਣ ਲਓਗੇ। ਸੋ ਇੰਟਰੋਡਕਸ਼ਨ ਆ ਜਿਹੜੀ, ਉਹ ਜ਼ਰੂਰੀ ਹੁੰਦੀ ਆ। ਅਦਰਵਾਈਜ਼ ਜੇ ਮੰਨ ਲਓ ਇੱਥੇ ਮੈਂ ਐਵੇਂ ਲਿਖਦਾ ਵਿੱਚ ਐਕਸ, ਕੁਐਸਚਨ ਸ਼ੁਰੂ ਹੋਇਆ ਹੋਇਆ, ਜ਼ਿਆਦਾਤਰ ਜਿਹੜੇ ਨਕਲ ਮਾਰਨ ਵਾਲੇ ਆ ਨਾ, ਨਕਲੀਏ ਐਂ ਕਰਦੇ ਹੁੰਦੇ ਆ, ਵਿੱਚ ਅਜੇ ਸ਼ੁਰੂ ਜਾਂਦਾ ਕੁਐਸਚਨ, ਵਿੱਚ ਐਵੇਂ x + y = 0 ਜੀ ਪਾਈ ਹੋਊਗੀ, ਮਤਲਬ ਕੁਛ ਦੀਨਾ ਵੀ ਨਹੀਂ ਹੈ, x y ਕਿੱਥੋਂ ਆ ਗਿਆ,
ठीक है, ये पता लगता होंगे ये विदाउट इंट्रोडक्शन आया होया कुछ, ये नकल मारी हुई है। सो इंट्रोडक्शन बहुत जरूरी होंगी है, याद रखियो। अच्छा हुण ये चीज़ नूं वरतना तो ये एक्सप्रैस करना आपां, ठीक है, किवें एक्सप्रैस करिए। सब तो पहला ना ये सारियां वैल्यूज़ ये कहते लीनियर फैक्टर च एक्सप्रैस करो। मतलब लीनियर किहो जिहा हुंदा, जिवें इह जा a+i a+2 2a, मतलब a की कोई पावर ना होवे 1 तो इलावा, ये तो पंगा पै गया। सब तो पहला मैं ए स्केयर नूं लीनियर फैक्टर च एक्सप्रैस करूँगा, 4a - 5i हो गया। ये तो बहुत सौखा हो गया, देखो लीनियर ही है। फिर ए क्यूब नूं भी करो, किवें करिए ए क्यूब नूं, ये ए स्केयर आ ना, ए स्केयर नाल ए नूं प्रोडक्ट कर दो। देखो इधर भी ए ना प्रोडक्ट करती, इधर भी ए ना, इधर ए क्यूब बन गया, इधर ए बन गया। हुण इहनूं सिंपलीफाई करो, की आऊगा 4a स्केयर - 5a। 4a स्केयर की वैल्यू फिर चक के आही भर दो, हुंदा कि नहीं, 4a - 5i - 5, 16 ते 5 11a - 20i, ये आ गया ए क्यूब। देखो ए क्यूब भी लीनियर च हो गया। देखो आई करते होने आप, ए क्यूब नूं कर लो, ए स्केयर आ लास्ट ते, सॉरी, ए स्केयर नूं कर लिया, फिर ए क्यूब नूं कर लिया, हुण a4 नूं, फिर a5 नूं, फिर a6 नूं, सारिਆਂ नूं लीनियर च कर लूँ। ऐ तो मैं a4 आ गया, a4 इत्थे ए ना प्रोडक्ट कर दो, इत्थे भी ए ना प्रोडक्ट कर दो, की आऊगा 11a स्केयर - 20a, की आऊगा 11a स्केयर की फिर वैल्यू भर दो हुई, 4a - 5i, की आऊगा 20a, तो ये की आ गया 44 - 20 24a - 55i, a4 भी हो गया। सिमिलरली देखो a5 तो a6 भी कर लियो, करन तो बाद सारियां चक के ये भर देनियां, ठीक है, A to Z चक के ये भर दो, काम नवेड़ो, ठीक है। देखो ए जे मान लो हुण मैं शॉर्ट च करन लगा, मान लो a4 कढ़ लिया, a5 की वैल्यू एवें ही लिख दें है ना, 20a + 6i यह जी बन गई, a7 की भी कुछ यह जी बन गई। प्रोसीजर सेम रखना ना, a6 की सॉरी प्रोसीजर सेम रखना ना। हुण ये सारे चक के वैल्यू भर दो, तो सॉल्व करोगे लीनियर ही बनूगा। बस ये एक ही क्वेश्चन सीगा, बाकी देखते हैं आप। ये वैल्यू चक के 30a - 7i भरती, ये वैल्यू 20a - 6i भरती है ना। a4 की वैल्यू भी आई सी 24a - 55i भरती, 12a क्यूब की वैल्यू भी आई सी अपनी कोले कितनी सी, ये सी 11a - 20i है ना। तो उस तो बाद ए स्केयर की वैल्यू भी आई हुई आ, वो आ गई हुई आ 14 4a - 5i। हुण इहनूं सिंपलीफाई कर लोगे, ए वाले आ जिहड़े सारे इकट्ठे करके जोड़ दो। देखो 30 20 चौका 80 24 8 12 8, इन्हां सारिਆਂ ਨੂੰ जोड़ दो, इत्थे की बन जाएंगे -80 ते 30 -50 -50 ते 28 ते 4 ਨੂੰ ਕੀਤਾ, ਇਹ ਕੁਛ बन जाऊगा तुहाडा -4a राजे एंड ते यह बन जाऊगा। तो जिहड़ा आई वालिਆਂ ਨੂੰ ਜਦੋਂ जोड़ोगे, आई वाले ये सारे इन्हां ਨੂੰ जोड़ोगे, ये बन जाऊगा 5i, ठीक है। तो ये तुहाडा आंसर आ जाऊगा, सारी लीनियर इक्वेशन आ जिहड़ी वो एंड ये बराबर सी, ये किहदे बराबर आ गई, ये। सो ये सॉल्व हो गया, सीधा जा काम। हुण मैं देख रहा भी कैले हैमिल्टन थ्योरम का प्रूफ तुहानूं करावां कि ना करावां। एड जॉइंट फाइंड आउट करने लई कही जाता है। मेरी गल सुनो, कई ना क्वेश्चन आ उहदे च कैले हैमिल्टन थ्योरम तो आ देखो 12वां क्वेश्चन, ये 12वें क्वेश्चन ये लिखा फाई लैमडा फाइंड आउट करो। देखो तो सही ये है की है, फाई लैमडा कह रहा ना फाइंड आउट करने की है, है की है, करैक्टरिस्टिक इक्वेशन है। इक्वेशन उदों होंदी जो 0 के बराबर हो जाए। वैसे यह पॉलीनोमियल है पर फर्क कोई नहीं है। एक चीज़ याद रखियो है जी, ਇਹਦਾ डिटर्मीनेंट हल करोगे ना जो जिमें लैमडा -1 0 0 लैमडा -2 ये आ गया ना, इक्वल टू 0 ना रखियो, a माइनस लैमडा ही आ गया ना, इक्वल टू 0 इनू फाई लैमडा कहता, इनू सॉल्व करो की आऊगा लैमडा -1 लैमडा -2, इक्वल टू 0 नहीं रखना, मतलब डिटर्मीनेंट सीधा सॉल्व करता। सो इत्थे तुसीं आंसर दोगे ठीक है जी, फाई लैमडा साडा ए आ गया, ठीक है।
ਧਿਆਨ ਰੱਖਿਓ ਜੀ। ਕਈ ਵਾਰੀ ਇਹੋ ਜਿਹਾ ਵੀ ਆ ਜਾਂਦਾ, ਵੈਸੇ ਤਾਂ ਆਪਾਂ ਨੂੰ ਆਦਤ ਬਣੀ ਹੋਈ ਹੈ ਨਾ ਵੀ ਇਹਨੂੰ 0 ਦੇ ਬਰਾਬਰ ਰੱਖੋ ਕਿ ਤੇ ਨੈਗੇਟਿਵ ਨੂੰ ਡਿਵਾਈਡ ਕਰ ਦਿਓ, ਪੋਜ਼ਿਟਿਵ ਜਿਹਾ ਰੱਖੋ, ਸੋਹਣਾ ਲੱਗਦਾ ਹੈ ਨਾ। ਪਰ ਇੱਥੇ ਕੁਛ ਡਿਵਾਈਡ ਨਹੀਂ ਕਰਨਾ ਤੁਸੀਂ ਕਿਸੇ ਨੰਬਰ ਨਾਲ। ਜੇ ਇੱਥੇ 5 ਵੀ ਆ ਗਿਆ, -5 ਆ ਗਿਆ ਮੰਨ ਲਓ, ਤੁਹਾਨੂੰ ਬੁਰਾ ਲੱਗੀ ਜਾਂਦਾ ਬਹੁਤ। ਇਹ ਡਿਟਰਮੀਨੈਂਟ 'ਚ -5 ਮੂਹਰੇ ਪਿਆ ਹੋਇਆ, ਤੁਹਾਡਾ ਜੀ ਕਰ ਰਿਹਾ ਬਾਰ-ਬਾਰ ਕਿ ਛੇਤੀ ਨਾ ਇਹਨੂੰ ਐਂ ਕਰੀਏ, λ-2 ਦੇ ਬਰਾਬਰ = 0 ਰੱਖੀਏ ਅਤੇ ਇਹਨੂੰ ਡਿਵਾਈਡ ਕਰਕੇ ਇਹਨੂੰ ਐਂ ਕਰ ਲਈਏ, ਹੈ ਨਾ, ਸਿੰਪਲ ਜਿਹਾ। ਫਿਰ ਵੀ ਨਹੀਂ ਕਰਨਾ, ਕਿਉਂਕਿ ਇਹ ਹੈਗੀ ਆ ਪੋਲੀਨੋਮੀਅਲ। ਪੋਲੀਨੋਮੀਅਲ 'ਚ ਕੁਛ ਡਿਵਾਈਡ ਨਹੀਂ ਹੁੰਦਾ। ਇਹਨੂੰ ਜਦੋਂ 0 ਦੇ ਬਰਾਬਰ ਰੱਖਦੇ ਆ ਉਹ ਹੁੰਦੀ ਹੈ ਇਕੁਏਸ਼ਨ 'ਚ ਡਿਵਾਈਡ ਹੁੰਦਾ। ਇਹ ਯਾਦ ਰੱਖਿਓ। ਹੁਣ ਜੋ ਮਰਜ਼ੀ ਆ ਜਾਏ ਤੁਹਾਡੀ a - λ ਦਾ ਡਿਟਰਮੀਨੈਂਟ ਤਾਂ ਹੱਲ ਕਰਨਾ ਆਉਂਦਾ ਹੀ ਆ, ਇਹਦਾ ਡਿਟਰਮੀਨੈਂਟ ਹੱਲ ਕਰ ਲਿਓ। ਕੁਛ ਆ ਜਾਊਗਾ ਇਹ 1 - λ 2 3 2 3 - λ 1 3 1 2 - λ। ਇਹਨੂੰ ਸੋਲਵ ਕਰ ਲਿਓ। 3 - λ ਸਕੇਅਰ 3 - λ 3 - λ ਦੀ ਕਿਊਬ, ਮੰਨ ਲਓ ਕੁਛ ਵੀ ਆ ਗਿਆ, ਪਰ ਇਹਦੇ ਬਰਾਬਰ 0 ਨਾ ਪਾਇਓ, ਇਹਨੂੰ ਐਂ ਰੱਖ ਲਿਓ। ਇਹਦਾ ਨਾਮ ਰੱਖ ਦਿਓ 5 λ, ਜੋ ਵੀ ਹੈ ਇਹ। ਹੁਣ ਅਗਲਾ ਪਾਰਟ ਕੀ ਹੈ, ਇਹ ਕਹਿੰਦਾ ਵੈਰੀਫਾਈ ਕਰੋ ਕਿ ਇਹ ਲੈਮਡਾ ਦੀ ਜਗ੍ਹਾ 'ਤੇ ਏ ਕਰ ਦਈਏ। ਮਤਲਬ ਕਹਿੰਦਾ ਜੇ 5 ਲੈਮਡਾ ਦੀ ਜਗ੍ਹਾ 'ਤੇ ਏ ਕਰ ਦਈਏ ਤਾਂ ਦੂਜੇ ਪਾਸੇ 0 ਨਾਲ ਮੈਟ੍ਰਿਕਸ ਬਣਦੀ ਹੈ। ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਇਹ ਤਾਂ ਹੁਣ ਐਵੇਂ ਚਲਾਕੀ ਖੇਡ ਰਿਹਾ ਆਪਣੇ ਨਾਲ। ਜਾਣੀ ਕਿ ਤੁਸੀਂ ਕੀ ਕਰੋਗੇ, ਇਹ ਜਿਹੜੀ ਪੋਲੀਨੋਮੀਅਲ ਆ, ਮੰਨ ਲਓ ਤੁਹਾਡੀ ਪੋਲੀਨੋਮੀਅਲ ਇਹੋ ਜਿਹੀ ਬਣੀ ਹੋਈ ਆ, -3 λ ਸਕੇਅਰ +2 λ + 1, ਮੰਨ ਲਓ ਇਹ ਜੀ ਬਣੀ ਹੋਈ ਆ। ਤੁਹਾਡਾ ਜੀ ਕਰੀ ਜਾਂਦਾ -1 ਨਾਲ ਤਾਂ ਛੇਤੀ ਡਿਵਾਈਡ ਕਰਕੇ ਕਰੀਏ ਸਹੀ ਕੰਮ, ਨਹੀਂ ਕਰਨਾ। 5a ਰੱਖੋਗੇ, -3a ਸਕੇਅਰ +2a + 1 ਦੀ ਜਗ੍ਹਾ 'ਤੇ ਕੀ ਰਹਿ ਜਾਊਗਾ i। ਇਹਨੂੰ ਕੈਲਕੂਲੇਟ ਕਰੋਗੇ, ਕੀ ਆਊਗਾ ਇਹ -3a ਸਕੇਅਰ +2a + i। ਇਹਨੂੰ ਕੈਲਕੂਲੇਟ ਕਰਨਾ ਸਟਾਰਟ ਕਰਤਾ, -3a ਸਕੇਅਰ ਕੁਛ ਨਾ ਕੁਛ ਆ ਜਾਊਗਾ, 2a ਕੁਛ ਨਾ ਕੁਛ ਆ ਜਾਊਗਾ, i ਕੁਛ ਨਾ ਕੁਛ ਆ ਜਾਊਗੀ। ਇੱਧਰ ਕੀ ਆਉਣਾ ਸ਼ੁਰੂ ਹੋ ਜਾਊਗਾ 0 0 0 0 0 0 0 0 0। ਠੀਕ ਹੈ, ਜਾਣੀ ਕਿ ਇਹ ਕੀ ਸੀਗਾ 5a, ਦੂਜੇ ਪਾਸੇ ਕੀ ਬਣ ਗਿਆ 0, ਸੋ ਇਹ ਵੀ ਚੀਜ਼ ਪ੍ਰੂਵ ਹੋ ਗਈ। ਠੀਕ ਆ, ਹੁਣ ਇਹ ਤੋਂ ਬਾਅਦ ਆਪਣੇ ਕੋਲ ਇੱਕ ਚੀਜ਼ ਆ ਗਈ ਕਿ 5a ਹੈਗੀ ਹੈ 0, ਸੋ ਇਹਦਾ ਮਤਲਬ ਇਹ ਕੀ ਹੈ 0। ਇੰਨਾ ਕੁ ਤਾਂ ਆਪਣੇ ਕੋਲ ਰਿਲੇਸ਼ਨ ਬਣ ਗਿਆ। ਹੁਣ ਮੈਨੂੰ ਦੱਸੋ ਵੀ ਇਹਦੇ 'ਚ a ਇਨਵਰਸ ਕਿਵੇਂ ਲੱਭੋਗੇ? ਦੋਵੇਂ ਪਾਸੇ a ਇਨਵਰਸ ਨਾਲ ਪ੍ਰੋਡਕਟ ਕਰਕੇ। ਠੀਕ ਹੈ ਨਾ ਗੱਲ, a ਇਨਵਰਸ ਲੱਭ ਜੂਗਾ ਇਹ। ਪਰ ਇਹ ਕਹੀ ਜਾਂਦਾ ਐਡ ਜੁਆਇੰਟ ਲੱਭੋ। ਐਡ ਜੁਆਇੰਟ ਕਿਵੇਂ ਲੱਭੀਏ ਬਈ? ਐਡ ਜੁਆਇੰਟ ਕੀ ਹੁੰਦਾ 1/a ਡਿਟਰਮੀਨੈਂਟ ਐਡ ਜੁਆਇੰਟ ਆਫ a। ਕੀ ਆਪਣੇ ਕੋਲ a ਡਿਟਰਮੀਨੈਂਟ ਹੈ ਇੱਥੇ? ਨਾ। ਸੋ a ਇਨਵਰਸ ਨੂੰ ਜੋ ਵੀ ਆ ਗਿਆ ਉਹਦੇ ਨਾਲ ਆਪਾਂ ਡਿਟਰਮੀਨੈਂਟ ਨੂੰ ਪ੍ਰੋਡਕਟ ਕਰਨਾ ਹੁੰਦਾ। ਮਤਲਬ ਐਡ ਜੁਆਇੰਟ ਆਫ a, ਇਹਨੂੰ ਉੱਧਰ ਲੈ ਜਾਓ, ਡਿਟਰਮੀਨੈਂਟ ਨੂੰ ਪ੍ਰੋਡਕਟ ਕਰਨਾ a ਇਨਵਰਸ ਨਾਲ। ਜੋ ਵੀ ਆ ਗਿਆ ਆਪਣੇ ਕੋਲ ਉਹ ਐਡ ਜੁਆਇੰਟ ਆਫ a ਹੁੰਦਾ। ਠੀਕ ਹੈ ਜੀ। ਪਰ ਇੱਥੇ ਇੱਕ ਪੰਗਾ ਆ ਜੀ, ਡਿਟਰਮੀਨੈਂਟ ਇੰਨਾ ਸੌਖਾ ਨਹੀਂ ਨਿਕਲਣਾ ਇਹਦੇ 'ਚ। ਮੈਂ ਤੁਹਾਨੂੰ ਦੱਸਦਾ ਡਿਟਰਮੀਨੈਂਟ ਕਿਵੇਂ ਕੱਢਣਾ। ਦੇਖੋ ਇੰਨੀ ਕੁ ਚੀਜ਼ ਤਾਂ ਸਮਝ ਲੱਗ ਗਈ ਨਾ। ਜੇ ਨਾ ਹੋਇਆ ਇਹ ਕੁਐਸਚਨ ਮੈਥੋਂ ਪੁੱਛ ਲਿਓ, ਫਿਰ ਆਪਾਂ ਡਿਸਕਸ ਕਰਾਂਗੇ। ਆਪਾਂ ਨੂੰ ਇਹਨੇ ਬਹੁਤ ਚਲਾਕੀ ਨਾਲ ਇਹ ਚੀਜ਼ ਦਿੱਤੀ ਹੋਈ ਆ, ਹੈ ਨਾ, ਅਤੇ ਆਪਾਂ ਬਹੁਤ ਚਲਾਕੀ ਨਾਲ ਇਹ ਕੈਲਕੂਲੇਟ ਵੀ ਕਰ ਲਈ। ਪਤਾ ਨਹੀਂ ਕਿੰਨੀ ਸੀ, ਮੰਨ ਲਓ ਇੰਨੀ 5i ਨਹੀਂ 5। ਠੀਕ ਆ, ਹੁਣ ਮੇਰੀ ਇੱਕ ਗੱਲ ਦੇਖੋ, ਲੈਮਡਾ ਦੀ ਵੈਲਿਊ 0 ਭਰੋ। ਤੁਹਾਨੂੰ ਮੈਂ ਡਿਟਰਮੀਨੈਂਟ ਕੱਢਣਾ ਸਿਖਾਵਾਂ। ਕੀ ਆਊਗਾ 5 0। ਇਹਦੇ 'ਚ ਹੀ ਇੱਥੇ ਕੀ ਬਣ ਜਾਊਗਾ a - 0 ਆਊਗਾ ਕਿ ਨਹੀਂ? ਇੱਧਰ -3 0 ਸਕੇਅਰ 3 0 + 5। ਦੇਖੋ 5 0, ਇਹ ਕੀ ਬਣ ਗਿਆ a ਡਿਟਰਮੀਨੈਂਟ, ਇੱਧਰ ਕੀ ਬਣ ਗਿਆ 5, ਅਤੇ ਆ ਗਿਆ ਨਾ a ਡਿਟਰਮੀਨੈਂਟ 5। 5 ਚੱਕ ਕੇ ਇੱਥੇ ਭਰ ਦਿਓ। ਇਨਵਰਸ ਲੱਭਣਾ ਤੁਹਾਨੂੰ ਆਉਂਦਾ? ਕਿਵੇਂ ਲੱਭਾਂਗੇ ਇਨਵਰਸ? ਇੱਥੇ ਦੋਵੇਂ ਪਾਸੇ a ਇਨਵਰਸ ਅਪਲਾਈ ਕਰ ਦੇਣਾ। ਠੀਕ ਆ, ਉਹ ਤਾਂ ਉਵੇਂ ਜਿਵੇਂ ਪਿਛਲੇ ਐਕਸਰਸਾਈਜ਼ 'ਚ। ਪਰ ਇਹਨੇ ਕਿਹਾ ਐਡ ਜੁਆਇੰਟ ਲੱਭੋ, ਸੋ ਐਡ ਜੁਆਇੰਟ ਵੀ ਔਖਾ ਨਹੀਂ ਹੈ। ਡਿਟਰਮੀਨੈਂਟ ਨੂੰ ਇਹਦੇ ਨਾਲ ਪ੍ਰੋਡਕਟ ਕਰ ਦਈਦਾ ਅਤੇ ਐਡ ਜੁਆਇੰਟ ਆ ਜਾਂਦਾ। ਪਰ ਪ੍ਰੋਬਲਮ ਇਹ ਸੀ ਡਿਟਰਮੀਨੈਂਟ ਕਿਵੇਂ ਲੱਭੀਏ? ਡਿਟਰਮੀਨੈਂਟ ਕਿਵੇਂ ਲੱਭਦਾ ਹੁੰਦਾ ਉਹ ਮੈਂ ਤੁਹਾਨੂੰ ਇੱਥੇ ਤਰੀਕਾ ਦੱਸਤਾ। ਸਿੱਧਾ ਡਿਟਰਮੀਨੈਂਟ ਲੱਭਣ ਦੀ ਲੋੜ ਨਹੀਂ ਹੈਗੀ। ਮੈਨੂੰ ਲੱਗਦਾ ਇਹ ਤੰਗ ਕਰੂਗਾ ਕੁਐਸਚਨ, ਪਰ ਫਿਰ ਵੀ ਇੱਕ ਵਾਰੀ ਟਰਾਈ ਕਰ ਲਿਓ। ਜੇ ਨਾ ਹੋਇਆ ਮੈਂ ਕਰਵਾ ਦੂੰਗਾ, ਮੈਂ ਤਾਂ ਹੈਗਾ ਹੀ ਹਾਂ ਇੱਥੇ।
ਠੀਕ ਆ। ਚਲੋ ਅੱਛਾ ਰਾਜੇ, ਕੈਲੇ ਹੈਮਿਲਟਨ ਥਿਊਰਮ ਦਾ ਪ੍ਰੂਫ ਆ ਨਾ, ਜੇ ਮੈਨੂੰ ਇੰਟਰਨੈਟ 'ਤੇ ਲੱਭ ਗਿਆ ਤਾਂ ਮੈਂ ਭੇਜੂੰਗਾ ਚੰਗਾ ਡਾਇਰੈਕਟ। ਮੇਰੇ ਕੋਲ ਹੁਣ ਥੋੜ੍ਹਾ ਜਿਹਾ ਟਾਈਮ ਅਟੈਂਡੈਂਸ ਲਾਉਣ ਲੱਗਾ ਤੁਹਾਡੇ ਕੋਈ,